ਹੈਲਪਲੈਸ ਪ੍ਰੋਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸਿੱਧੂ ਹਸਪੀਟਲ ਦੁਰਾਹਾ। ਇਹ ਹਸਪੀਟਲ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜੋ ਕਿ ਮਰੀਜ਼ਾਂ ਲਈ ਇੱਕ ਵਰਦਾਨ ਹੈ। ਦੂਰੋਂ ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਸਾਡੀ ਟੀਮ ਨੇ ਡਾਕਟਰ ਗੁਰਸਰਨ ਸਿੱਧੂ ਜੀ ਨਾਲ ਗੱਲਬਾਤ ਕੀਤੀ। ਸਮੇਂ-ਸਮੇਂ ਤੇ ਡਾਕਟਰ ਗੁਰਸਰਨ ਸਿੱਧੂ ਜੀ ਦਰਸ਼ਕਾਂ ਦੇ ਲਈ ਹੈਲਥ ਟਿਪਸ ਲੈ ਕੇ ਆਉਂਦੇ ਰਹਿੰਦੇ ਨੇ। ਅੱਜ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਗੁਰਸਰਨ ਸਿੱਧੂ ਜੀ ਨੇ ਥਾਇਰਾਇਡ ਅਤੇ ਸਰਵਾਈਕਲ ਕੈਂਸਰ ਦੇ ਸਿੰਪਟਮ ਅਤੇ ਉਹਨਾਂ ਦੇ ਨਿਵਾਰਨ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਦੱਸਿਆ ਡਾਕਟਰ ਰਾਜੇਸ਼ਵਰ ਸਿੱਧੂ ਜੀ ਨੇ ਉਹਨਾਂ ਦੀ ਟੀਮ ਨੂੰ ਜੁਆਇਨ ਕੀਤਾ ਹੈ। ਡਾਕਟਰ ਰਾਜੇਸ਼ਵਰ ਸਿੱਧੂ ਜੀ ਫਰੋਜ਼ਨ ਸ਼ੋਲਡਰ, ਸਪੋਰਟਸ ਇੰਜਰੀ, ਨੀ ਸਰਜਰੀ, ਹਿਪ ਸਰਜਰੀ, ਰੋਬੋਟਿਕ ਸਰਜਰੀ ਦੇ ਮਾਹਿਰ ਨੇ। ਆਓ ਕਰਦੇ ਹਾਂ ਗੱਲਬਾਤ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ। ਪੰਜਾਬਾ ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਸ ਨੇ ਮੈਡਮ ਗੁਰਸਰਨ ਕੌਰ ਸਿੱਧੂ, ਇੱਕ ਐਸਾ ਨਾਮ ਜਿਨ੍ਹਾਂ ਨੇ ਹਮੇਸ਼ਾ ਸਾਡੇ ਇਸ ਚੈਨਲ ਦੇ ਮਾਧਿਅਮ ਦੇ ਉੱਤੇ ਲੋਕਾਂ ਨੂੰ ਅਵੇਅਰ ਕੀਤਾ ਔਰ ਅੱਜ ਉਹ ਪ੍ਰੋਬਲਮ ਜਿਹੜੀ ਹਰ ਤਕਰੀਬਨ ਚੌਥੀ ਪੰਜਵੀਂ ਲੇਡੀਜ਼ ਨੂੰ ਹੈ, ਥਾਇਰਾਇਡ। ਦੱਸੋ ਕੀ ਕਹਿੰਦੇ ਹੋ, ਥਾਇਰਾਇਡ ਦਾ ਐਪੀਡੈਮਿਕ ਹੈ ਜਿਸ ਤਰੀਕੇ ਨਾਲ ਵੱਧ ਰਿਹਾ ਹੈਗਾ। ਆਪਾਂ ਸ਼ੂਗਰ ਦਾ ਦੇਖ ਰਹੇ ਹਾਂ, ਹਾਰਟ ਦਾ ਦੇਖ ਰਹੇ ਹਾਂ, ਲੇਕਿਨ ਥਾਇਰਾਇਡ ਦਾ ਇੱਕ ਤਾਂ ਸਾਇਲੈਂਟ ਵੱਧ ਰਿਹਾ ਹੈਗਾ, ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਥਾਇਰਾਇਡ ਸਾਨੂੰ ਹੈਗਾ। ਔਰ ਇੱਕ ਜਿਹੜਾ ਹੈਗਾ, ਜਿਹੜੇ ਲੋਕ ਟੈਸਟ ਕਰਾਉਂਦੇ ਆ ਜਦੋਂ ਪਤਾ ਚੱਲ ਜਾਂਦਾ ਹੈਗਾ, ਤੇ ਉਹ ਥਾਇਰਾਇਡ ਜਿਹੜਾ ਹੈਗਾ ਇੱਕ ਸਾਇਲੈਂਟ ਦੀ ਤਰ੍ਹਾਂ ਜਿਹੜਾ ਹੈਗਾ ਅੱਗੇ ਅੱਗੇ ਵੱਧ ਰਿਹਾ ਹੈਗਾ। ਔਰ ਆਉਣ ਵਾਲੇ ਸਮੇਂ ਵਿੱਚ ਉਹਦੀਆਂ ਕੰਪਲਿਕੇਸ਼ਨ ਜਿਹੜੀਆਂ ਬੜੀਆਂ ਵੱਧਦੀਆਂ ਜਾ ਰਹੀਆਂ। ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਇਹ ਅੱਜ ਆਪਾਂ ਗੱਲ ਕਰਾਂਗੇ ਥਾਇਰਾਇਡ ਬਾਰੇ। ਇੱਕ ਬਹੁਤ ਹੀ ऐसा इंटरेस्टिंग टॉपिक हैगा कि और बहुत सारे लोग ਇਹਦੇ ਤੋਂ ਪ੍ਰਭਾਵਿਤ ਨੇ, ਸਪੈਸ਼ਲੀ ਲੇਡੀਜ਼। ਔਰ ਇਹ ਥਾਇਰਾਇਡ ਹੁੰਦਾ ਕੀ ਚੀਜ਼ ਹੈ? ਥਾਇਰਾਇਡ ਆਪਣੇ ਗਲੇ ਦੇ ਵਿੱਚ ਇੱਕ ਸਿਚੁਏਟਡ ਐਂਡੋਕ੍ਰੀਨ ਗਲੈਂਡ। ਐਂਡੋਕ੍ਰੀਨ ਗਲੈਂਡ ਦਾ ਮਤਲਬ ਕੀ ਹੈ ਕਿ ਉਹ ਆਪਣੇ ਗਲੇ 'ਚ ਕੋਈ ਐਕਸ਼ਨ ਨਹੀਂ ਕਰ ਰਿਹਾ। ਇਹ ਜਿਹੜਾ ਇਹਦੇ ਵਿੱਚੋਂ ਹਾਰਮੋਨ ਨਿਕਲਦਾ ਹੈ, ਉਹ ਆਪਣੀ ਸਾਰੀ ਬੋਡੀ ਨੂੰ ਇੰਜਨ ਵਾਂਗੂ ਚਲਾਉਂਦਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਕਾਰ ਦੀ ਕੀ ਸਪੀਡ ਹੈ, ਕੋਈ ਕਾਰ 120 ਤੇ ਚੱਲਦੀ ਹੈ, ਕੋਈ 60 ਤੇ ਚੱਲਦੀ ਹੈ। ਸੋ ਆਪਣੀ ਬੋਡੀ ਦਾ ਮੈਟਾਬੋਲਿਜ਼ਮ ਕਿਸ ਸਪੀਡ ਤੇ ਚੱਲਦਾ ਹੈ, ਉਹ ਥਾਇਰਾਇਡ ਤੇ ਡਿਪੈਂਡ ਕਰਦਾ ਹੈ। ਅਗਰ ਥਾਇਰਾਇਡ ਨਾਰਮਲ ਹੈ, ਆਪਣਾ ਚੱਲਣਾ ਫਿਰਨਾ, ਤੁਰਨਾ, ਪਾਚਨ ਕਿਰਿਆ, ਖਾਣਾ ਪੀਣਾ, ਆਪਣੀ ਸਕਿਨ ਦਾ ਟੈਕਸਚਰ, ਗੱਲਾਂ ਕਰਨ ਦਾ ਢੰਗ, ਸਪੀਡ, ਉਹ ਸਾਰੀ ਆਪਣੀ ਨਾਰਮਲ ਰਹਿੰਦੀ ਹੈ। ਔਰ ਅਗਰ ਕਿਸੇ ਦਾ ਥਾਇਰਾਇਡ ਜ਼ਿਆਦਾ ਕੰਮ ਕਰਦਾ और अपनी स्पीड तो बहुत ज़्यादा ਚੱਲਦਾ ਹੈ, ਤਾਂ ਉਸ ਪੇਸ਼ੈਂਟ ਨੂੰ ਕੀ ਲੱਛਣ ਹੁੰਦੇ ਨੇ? ਉਹ ਕਹਿੰਦਾ ਹੈ ਕਿ ਮੈਨੂੰ ਬਹੁਤ ਦਿਲ ਦੀ ਧੜਕਨ ਮੇਰੀ ਫਾਸਟ ਹੋ ਜਾਂਦੀ ਹੈ। ਪੇਸ਼ੈਂਟ ਖਾਈ ਜਾਂਦਾ ਹੈ, ਬਹੁਤ ਭੁੱਖ ਲੱਗਦੀ ਹੈ ਔਰ ਉਨੀ ਹੀ ਜ਼ਿਆਦਾ ਵਾਰ ਉਹ ਸਟੂਲ ਜਾਂ ਲੈਟਰਿਨ ਪਾਸ ਕਰਦਾ ਹੈ ਔਰ ਪਤਲਾ ਹੋਈ ਜਾਂਦਾ ਹੈ ਔਰ ਦਿਲ ਦੀ ਧੜਕਨ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਨਸਾਂ ਦੇ ਵਿੱਚ ਕਮਜ਼ੋਰੀ ਹੋ ਜਾਂਦੀ ਹੈ, ਮਸਲਸ ਦੇ ਵਿੱਚ ਕਮਜ਼ੋਰੀ ਹੋ ਜਾਂਦੀ ਹੈ ਔਰ ਉਹ ਕੁਝ ਹੋਰ ਬਿਮਾਰੀਆਂ ਬੰਦਾ ਕਮਜ਼ੋਰੀ ਸਮਝੀ ਜਾਂਦਾ ਹੈ। ਉਹਨੂੰ ਇਹ ਨਹੀਂ ਉਹ ਸਮਝ ਹੀ ਨਹੀਂ ਸਕਦਾ। ਤਾਂ ਅਸੀਂ ਨਹੀਂ ਐਕਸਪੈਕਟ ਕਰਦੇ ਕਿ ਆਮ ਪੇਸ਼ੈਂਟ ਸਮਝੂਗਾ। ਆਮ ਪੇਸ਼ੈਂਟ ਸਿਰਫ ਆਪਣੇ ਲੱਛਣ ਹੀ ਡਾਕਟਰ ਨੂੰ ਦੱਸ ਸਕਦਾ ਹੈ, ਤਾਂ ਡਾਕਟਰ ਉਹਦੇ ਤੋਂ ਸਮਝ ਸਕਦੇ ਕਿ ਇਹ ਹਾਈਪਰ ਥਾਇਰਾਇਡ ਦੀ ਬਿਮਾਰੀ ਹੈ, ਕਿ ਥਾਇਰਾਇਡ ਗਲੈਂਡ ਜ਼ਿਆਦਾ ਕੰਮ ਕਰ ਰਿਹਾ। ਸੋ ਇਹ ਕਿਸ ਸਿਚੁਏਸ਼ਨ ਦੇ ਵਿੱਚ ਹੁੰਦਾ ਹੈ? ਲੇਡੀਜ਼ ਦੇ ਵਿੱਚ ਵੀ ਹੁੰਦਾ ਹੈ, ਯੰਗ ਲੜਕਿਆਂ ਦੇ ਵਿੱਚ ਵੀ ਹੁੰਦਾ ਹੈ। ਸਟ੍ਰੈਸ ਨਾਲ ਵੀ ਥੋੜੀ ਦੇਰ ਵਾਸਤੇ ਹਾਈਪਰਥਾਇਰਾਇਡਿਜ਼ਮ ਹੋ ਜਾਂਦਾ ਹੈ। ਔਰ ਇਹਦੇ ਵਿੱਚ ਟ੍ਰੀਟਮੈਂਟ ਜਿਹੜਾ ਹੈ, ਮੈਡੀਕਲ ਟ੍ਰੀਟਮੈਂਟ ਵੀ ਹੈ। ਔਰ ਅਗਰ ਬਹੁਤ ਦੇਰ ਤੋਂ ਕਈ ਸਾਲ ਕਿਸੇ ਨੂੰ ਟ੍ਰੀਟਮੈਂਟ ਕਰਨਾ ਪੈਂਦਾ ਤਾਂ ਉਹਨੂੰ ਰੇਡੀਓ ਐਕਟਿਵ ਥਾਇਰਾਇਡ ਆਇਓਡੀਨ ਦਾ ਪਰਮਾਨੈਂਟ ਟ੍ਰੀਟਮੈਂਟ ਵੀ ਹੈ। ਔਰ ਅਗਰ ਕਈਆਂ ਦੇ ਬਹੁਤ ਗਿੱਲੜ ਬੜੇ ਹੁੰਦੇ ਨੇ ਤਾਂ ਉਹਨਾਂ ਦਾ ਸਰਜੀਕਲ ਟ੍ਰੀਟਮੈਂਟ ਵੀ ਹੈ। ਔਰ ਇਸ ਤੋਂ ਉਲਟ ਥਾਇਰਾਇਡ ਅਗਰ ਕੰਮ ਨਹੀਂ ਕਰਦਾ ਤਾਂ ਉਹਨੂੰ ਕਹਿੰਦੇ ਹਾਈਪੋ ਮੀਨਸ ਘੱਟ ਕੰਮ ਕਰਨਾ। ਹਾਈਪੋਥਾਇਰਾਇਡ ਹੋ ਜਾਂਦਾ ਕਿ ਥਾਇਰਾਇਡ ਕੰਮ ਹੀ ਨਹੀਂ ਕਰ ਰਿਹਾ। ਉਹਦੇ ਵਿੱਚ ਵੀ ਇੱਕ ਅਸੀਂ ਕਹਿੰਦੇ ਹਾਂ ਏਸਿਮਟੋਮੈਟਿਕ ਥਾਇਰਾਇਡ, ਮੀਨਸ ਪੇਸ਼ੈਂਟ ਨੂੰ ਕੋਈ ਲੱਛਣ ਹੀ ਨਹੀਂ ਹੈ। ਏਸਿਮਟੋਮੈਟਿਕ ਥਾਇਰਾਇਡ ਦੀ ਜ਼ਿਆਦਾ ਇੰਪੋਰਟੈਂਸ ਆਉਂਦੀ ਹੈ ਪ੍ਰੈਗਨੈਂਟ ਲੇਡੀਜ਼ ਦੇ ਵਿੱਚ, ਕਿਉਂਕਿ ਉਹਨਾਂ ਨੂੰ ਅਗਰ ਨਹੀਂ ਵੀ ਸਿੰਪਟਮਸ, ਪਰ ਅਗਰ ਉਹਨਾਂ ਦਾ ਥਾਇਰਾਇਡ ਘੱਟ ਕੰਮ ਕਰਦਾ ਹੈ ਤਾਂ ਹੋਣ ਵਾਲੇ ਬੱਚੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੇਂਜਸ ਆਉਂਦੀਆਂ ਨੇ ਜਿਹੜੀਆਂ ਅਸੀਂ ਨਹੀਂ ਚਾਹੁੰਦੇ, ਕਿ ਅਬਨੋਰਮੈਲਿਟੀਜ਼ ਨੇ। ਇਸ ਵਾਸਤੇ ਪ੍ਰੈਗਨੈਂਸੀ ਨੂੰ ਤਾਂ ਹੁਣ ਇੱਕ ਪੁਰਾਣੇ ਜ਼ਮਾਨੇ ਵਾਂਗੂ ਕੋਈ ਇਗਨੋਰਡ ਚੀਜ਼ ਨਹੀਂ ਹੋ ਸਕਦੀ। ਪ੍ਰੈਗਨੈਂਸੀ ਦੇ ਵਿੱਚ ਤਾਂ ਹਰ ਹਾਰਮੋਨ ਦਾ, ਹਰ ਬਿਮਾਰੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ, ਚਾਹੇ ਉਹ ਡਾਇਬਟੀਜ਼ ਹੋਵੇ। ਔਰ ਜਿਸ ਤਰ੍ਹਾਂ ਗੱਲ ਕਰ ਰਹੇ ਸੀਗੇ ਹੁਣੇ ਕਿ ਪ੍ਰੈਗਨੈਂਸੀ ਦੇ ਵਿੱਚ ਤਾਂ ਥਾਇਰਾਇਡ ਔਰ ਸ਼ੂਗਰ, ਇਹ ਦੋਨੋਂ ਚੀਜ਼ਾਂ ਹੁਣ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਹੋ ਗਈਆਂ ਨੇ ਚੈੱਕ ਕਰਨੀਆਂ, ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਇਹਦੇ ਤੋਂ ਪ੍ਰਭਾਵਿਤ ਹੁੰਦੀਆਂ ਨੇ।
ਅੱਜ ਦੀ ਡੇਟ ਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੈ ਉਹ ਲੇਟਰ ਏਜ 'ਚ ਹੋ ਰਹੀ ਹੈ, ਕਿਉਂਕਿ ਪਹਿਲਾਂ ਹੁੰਦਾ ਸੀ ਛੋਟੀ ਉਮਰ 'ਤੇ ਵੀ ਵਿਆਹ ਹੋ ਜਾਂਦੇ ਸੀ। ਲੇਡੀਜ਼ ਔਰ ਗਰਲਸ ਇੰਨੀਆਂ ਕੈਰੀਅਰ ਕੌਨਸ਼ੀਅਸ ਨਹੀਂ ਸੀ ਹੁੰਦੀਆਂ। ਹੁਣ ਹਰ ਲੜਕੀ ਨੇ ਆਪਣੀ ਪੜ੍ਹਾਈ ਵੀ ਪੂਰੀ ਕਰਨੀ ਹੈ, ਉਹਨੇ ਕੰਮ ਵੀ ਕਰਨਾ ਹੈ, ਉਹਨੂੰ ਉਹਦਾ ਕੈਰੀਅਰ ਵੀ ਇੰਪੋਰਟੈਂਟ ਹੈ, ਔਰ ਵਿਆਹ ਵੀ ਦੇਰ ਨਾਲ ਹੋ ਰਹੇ ਨੇ, ਇਸ ਪ੍ਰੈਗਨੈਂਸੀਜ਼ ਵੀ ਦੇਰ ਨਾਲ ਹੋ ਰਹੀਆਂ ਨੇ। ਇਸ ਲਈ ਜਿਹੜਾ ਕੁਦਰਤ ਦਾ ਜਿਹੜਾ ਬਣਿਆ ਹੋਇਆ ਢਾਂਚਾ ਸੀ ਉਹ ਥੋੜਾ ਵੱਖਰਾ ਹੋ ਰਿਹਾ, ਤਾਂ ਇਸ ਲਈ ਇਹ ਪ੍ਰੋਬਲਮਸ ਵੀ ਆ ਰਹੀਆਂ ਨੇ। एसिम्प्टोमेटिक थायराइड ਦਾ ਪ੍ਰੈਗਨੈਂਸੀ 'ਚ ਤਾਂ ਟ੍ਰੀਟਮੈਂਟ ਕਰਨਾ ਹੀ ਕਰਨਾ ਹੈ। ਔਰ ਜਿਹੜੇ ਇਹਦੇ ਸਿੰਪਟਮਸ ਆਉਂਦੇ ਨੇ, ਸਿੰਪਟਮਸ ਇਹਦੇ ਇਹ ਹੁੰਦੇ ਨੇ, ਹਾਈਪੋਥਾਇਰਾਇਡ ਦੇ ਦੱਸ ਰਹੀ ਹਾਂ। ਹਾਈਪੋਥਾਇਰਾਇਡ ਦੇ ਵਿੱਚ ਤੁਸੀਂ ਇਹ ਸਮਝੋ ਵੀ ਆਪਣਾ ਮੈਟਾਬੋਲਿਜ਼ਮ, ਜਿਵੇਂ ਮੈਂ ਦੱਸਿਆ ਇੱਕ ਕਾਰ 120 ਤੇ ਚੱਲ ਰਹੀ ਹੈ ਤੇ ਇੱਕ 40 ਤੇ ਚੱਲ ਰਹੀ ਹੈ, ਸੋ ਇਹਦਾ ਮਤਲਬ ਮੈਟਾਬੋਲਿਜ਼ਮ ਆਪਣਾ ਸਲੋ ਹੋ ਗਿਆ। ਆਪਣੇ ਸਰੀਰ ਦੀ ਗੱਡੀ ਹੁਣ ਸਲੋ ਸਪੀਡ ਹੋ ਗਈ। ਉਹ ਸਲੋ ਸਪੀਡ ਹੋ ਗਈ, ਉਹਦਾ ਚੱਲਣਾ ਫਿਰਨਾ ਉਨੀ ਸਪੀਡ ਨਾਲ ਨਹੀਂ ਹੁੰਦਾ। ਕੰਮ ਕਰਨ ਦਾ ਰਿਫਲੈਕਸ ਜਿਹੜਾ ਇੱਕ ਹੁੰਦਾ ਕਿ ਮੈਂ ਫਟਾਫਟ ਆ ਵੀ ਕਰ ਲਿਆ, ਆ ਵੀ ਕਰ ਲਿਆ, ਮਨ 'ਚ ਤਾਂ ਕਰਦਾ ਪਰ ਫਿਜ਼ੀਕਲੀ ਉਹਦੇ ਤੋਂ ਉਨੀ ਫਾਸਟ ਸਪੀਡ ਨਾਲ ਉਹ ਕੰਮ ਨਹੀਂ ਕਰ ਪਾਉਂਦਾ। ਔਰ ਜਿਹੜਾ ਹੈ ਕਿ ਪੇਸ਼ੈਂਟ ਖਾਂਦਾ ਜ਼ਿਆਦਾ ਨਹੀਂ ਹੈਗਾ ਪਰ ਉਹ ਮੋਟਾ ਹੋਈ ਜਾਂਦਾ, ਕਿਉਂਕਿ ਉਹਦੀ ਪਾਚਨ ਕਿਰਿਆ ਜਿਹੜੀ ਹੈ ਉਹ ਵੀ ਸਲੋ ਹੋ ਜਾਂਦੀ ਹੈ, ਕੌਨਸਟੀਪੇਸ਼ਨ ਵੀ ਹੋ ਜਾਂਦੀ ਹੈ। ਜਿਹੜੀ ਚਮੜੀ ਹੈ ਉਹ ਆਪਣੀ ਚਮੜੀ ਦਾ ਜਿਹੜਾ ਟੈਕਸਚਰ ਹੈ ਉਹ ਵੀ ਮੋਟਾ ਮੋਟਾ, ਥੋਥਾ ਥੋਥਾ, ਪੈਲਰ ਜਿਹਨੂੰ ਕਹਿੰਦੇ ਆ, ਪੀਲਾ ਜਿਹਾ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਬੁੱਲ ਵੀ ਮੋਟੇ ਮੋਟੇ, ਤੇ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਨੇ ਉਹ ਪੇਸ਼ੈਂਟਸ ਨੂੰ ਆ ਜਾਂਦੇ ਨੇ। ਔਰ ਇਹਦਾ ਟ੍ਰੀਟਮੈਂਟ ਤਾਂ ਬਹੁਤ ਹੀ ਸਿੰਪਲ ਹੈਗਾ। ਟ੍ਰੀਟਮੈਂਟ ਤਾਂ ਸਿਰਫ ਟੈਬਲੇਟ ਜਿਹੜੀ ਆ ਉਹ ਖਾਣੀ ਹੁੰਦੀ ਹੈ, ਪਰ ਉਹ ਚੈੱਕ ਕਰਕੇ ਖਾਣੀ ਹੁੰਦੀ ਹੈ ਤੇ ਤੁਹਾਨੂੰ ਡਾਕਟਰ ਐਂਡੋਕ੍ਰਾਈਨੋਲੋਜਿਸਟ ਉਹੀ ਦੱਸ ਸਕਣਗੇ ਕਿ ਹੁਣ ਕਿੰਨਾ ਥਾਇਰਾਇਡ ਕੰਮ ਕਰ ਰਿਹਾ ਹੈ। ਇਹਨੂੰ ਅਸੀਂ ਰਿਪਲੇਸਮੈਂਟ ਥੈਰੇਪੀ ਕਹਿੰਦੇ ਹਾਂ, ਕਿਉਂਕਿ ਜਿਹੜੀ ਚੀਜ਼ ਹਾਰਮੋਨ ਜਿਹੜਾ ਥਾਇਰਾਇਡ ਬਣਾਉਂਦਾ ਹੈ, ਇਹੀ ਹਾਰਮੋਨ, ਇਹਦੀ ਕੋਈ ਹੋਰ ਦਵਾਈ ਨਹੀਂ ਹੈ, ਉਹੀ ਹਾਰਮੋਨ ਆਪਾਂ ਓਰਲੀ ਦਵਾਈ ਦੇ ਰੂਪ 'ਚ ਦਿੰਦੇ ਹਾਂ ਕਿ ਇਹ ਉਹਨੂੰ ਹੀ ਜੋ ਆਪਣੀ ਬੋਡੀ 'ਚ ਹੁਣ ਨਹੀਂ ਬਣ ਰਿਹਾ ਇਹ ਆਪਾਂ ਉਹਨੂੰ ਦੇ ਰਹੇ। ਸੋ ਬੇਸਿਕਲੀ ਮੈਂ ਇਹਨੂੰ ਦਵਾਈ ਨਹੀਂ ਕਹਿੰਦੀ, ਇਹ ਕੋਈ ਉਹਦਾ ਜੋ ਚੀਜ਼ ਆਪਣੀ ਬੋਡੀ 'ਚ ਘੱਟ ਹੈ ਉਹ ਆਪਾਂ ਨੂੰ ਚਾਹੀਦੀ ਹੈ, ਅੰਦਰ ਨਹੀਂ ਬਣ ਰਹੀ ਤਾਂ ਸਾਨੂੰ ਬਾਹਰੋਂ ਖਾਣੀ ਹੈ। ਸੋ ਦੈਟਸ ਵੈਰੀ ਸਿੰਪਲ, ਸਸਤੀ ਜੀ ਦਵਾਈ ਹੁੰਦੀ ਹੈ ਔਰ ਹੈਰਾਨ ਹੋਵੋਗੇ ਇੰਨੀ ਸਸਤੀ ਜੀ ਗੋਲੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ। ਦੈਟਸ ਦ ਮਿਰੇਕਲ ਆਫ ਟ੍ਰੀਟਿੰਗ ਹਾਈਪੋਥਾਇਰਾਇਡਿਜ਼ਮ ਕਿ ਪੇਸ਼ੈਂਟ ਨੂੰ ਹੌਲੀ ਹੌਲੀ ਉਹਨੂੰ ਪਤਾ ਲੱਗਦਾ ਹੈ ਕਿ ਮੇਰੀ ਤਾਂ ਲਾਈਫ ਕੰਪਲੀਟਲੀ ਚੇਂਜ ਹੋ ਗਈ। ਸੋ ਇਸ ਵਾਸਤੇ ਅੱਜ ਕੱਲ੍ਹ ਸਕਰੀਨਿੰਗ ਜ਼ਰੂਰ ਕਰੀਦੀ ਹੈ ਕਿ ਪੇਸ਼ੈਂਟ ਨੂੰ ਥਾਇਰਾਇਡ ਹਾਰਮੋਨ ਉਹਦਾ ਲੇਡੀਜ਼ ਦਾ, ਖਾਸ ਕਰਕੇ ਮੀਨੋਪੌਜ਼ਲ ਲੇਡੀਜ਼ ਦਾ, ਮੀਨੋਪੌਜ਼ ਤੋਂ ਬਾਅਦ ਮੀਨਸ ਜਦੋਂ ਪੀਰੀਅਡਸ ਹਟ ਜਾਂਦੇ ਨੇ ਤਾਂ ਵੈਸੇ ਵੀ ਸਲੋ ਹੋ ਜਾਂਦਾ ਮੈਟਾਬੋਲਿਜ਼ਮ। ਮੇਲਸ ਦੇ ਵਿੱਚ ਵੀ ਸਰਟਨ ਏਜ ਤੋਂ ਬਾਅਦ 50-60 ਤੋਂ ਬਾਅਦ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ, ਪਰ ਲੇਡੀਜ਼ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਹੈ ਕੰਪੇਅਰ ਟੂ ਮੈਨ 'ਚ ਵੀ ਹੈ ਪਰ ਕੰਪੇਅਰ ਟੂ ਮੈਨ ਲੇਡੀਜ਼ ਦੇ ਵਿੱਚ ਬਿਮਾਰੀ ਜ਼ਿਆਦਾ ਹੈ। ਔਰ ਟੈਸਟ ਕਰਨ ਨਾਲ ਪਤਾ ਲੱਗ ਜਾਂਦਾ ਹੈ। ਟੈਸਟ ਦੇ ਵਿੱਚ ਵੀ ਸਾਨੂੰ ਜਿਹੜਾ ਟੈਸਟ ਹੈ, ਕਈ ਵਾਰੀ ਜਿਹੜੀਆਂ ਉਹ ਲੈਬਸ ਨੇ ਕਿ ਅਸੀਂ ਸਾਰੇ ਟੈਸਟ ਕਰ ਦਿੰਦੇ ਹਾਂ, ਮੈਂ ਉਹਦੇ ਹੱਕ ਵਿੱਚ ਬਿਲਕੁਲ ਨਹੀਂ ਹੈਗੀ ਕਿ ਉਹ ਜੇ ਆਹ ਪੈਕੇਜ ਹੈ ਆਹ ਪੂਰੇ ਟੈਸਟ ਕਰ ਦਾਂਗੇ। ਕਦੇ ਵੀ ਅਨਨੈਸੈਸਰੀ ਟੈਸਟਾਂ ਦੀ ਕੋਈ ਜ਼ਰੂਰਤ ਨਹੀਂ ਤਾਂ ਨਹੀਂ। ਜਿਹੜੀ ਚੀਜ਼ ਨੂੰ ਤੁਸੀਂ ਲੱਭਣਾ ਤੁਸੀਂ ਉਹਦਾ ਹੀ ਟੈਸਟ ਕਰੋਗੇ ਤਾਂ ਹੀ ਤੁਸੀਂ ਉਹਦਾ ਜਵਾਬ ਲੱਭੋਗੇ। ਤਾਂ ਉਹ ਟੈਸਟ ਜਿਹੜਾ ਹੈ, ਜਦੋਂ ਆਪਾਂ ਟੈਸਟ ਡਾਕਟਰ ਤੋਂ ਰეკਮੈਂਡ ਕਰਾਉਂਦੇ ਹਾਂ, ਡਾਕਟਰ ਉਹ ਟੈਸਟ ਰეკਮੈਂਡ ਕਰਦਾ ਹੈ, ਤਾਂ ਫਿਰ ਉਹਦੀ ਜਿਹੜੀ ਰਿਪੋਰਟ ਆਉਂਦੀ ਹੈ ਉਹ ਡਾਕਟਰ ਨੂੰ ਦਿਖਾ ਕੇ ਫਿਰ ਤੁਸੀਂ ਉਹਦੀ ਦਵਾਈ ਸ਼ੁਰੂ ਕਰਨੀ ਹੈ। ਬਹੁਤ ਸਾਰੇ ਪੇਸ਼ੈਂਟਸ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਆਏ ਜਿਨ੍ਹਾਂ ਨੇ ਰਿਪੋਰਟਾਂ ਦੇਖੀਆਂ ਆਪਣੇ ਆਪ ਹੀ ਔਰ ਆਪਣੀ ਸਮਝ ਨਾਲ ਹੀ ਕੈਮਿਸਟ ਤੋਂ ਲੈ ਕੇ ਦਵਾਈ ਲੈ ਲਈ ਔਰ ਉਹਦਾ ਇੰਨਾ ਗਲਤ ਰਿਸਪੌਂਸ ਆਇਆ ਕਿ ਮੈਨੂੰ ਪੇਸ਼ੈਂਟ ਦਾਖਲ ਕਰਕੇ ਠੀਕ ਕਰਨੇ ਪਏ, ਕਿਉਂਕਿ ਉਹ ਸੈਲਫ ਮੈਡੀਕੇਸ਼ਨ ਜਿਹੜੀ ਹੈ ਉਹ ਬਹੁਤ ਖਰਾਬ ਚੀਜ਼ ਹੋ ਜਾਂਦੀ ਹੈ। ਪੇਸ਼ੈਂਟ ਸੋਚਦਾ ਇਹ ਕਿਹੜੀ ਗੱਲ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਸੈਲਫ ਮੈਡੀਕੇਸ਼ਨ ਨਹੀਂ ਕਰਨੀ, ਸਕਰੀਨਿੰਗ ਜ਼ਰੂਰ ਕਰਨੀ ਹੈ, ਡਾਕਟਰ ਦੀ ਸਲਾਹ ਦੇ ਨਾਲ ਕਰਨੀ ਹੈ। ਜਿਸ ਤਰ੍ਹਾਂ ਆਪਾਂ ਡਾਇਬਟੀਜ਼ ਨੂੰ ਸਕਰੀਨ ਕਰਦੇ ਹਾਂ, ਡਾਇਬਟੀਜ਼ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਇਹ ਸਾਇਲੈਂਟ ਬਿਮਾਰੀ ਹੈ, ਉਹਨੇ ਬੋਲ ਕੇ ਦੱਸਣਾ ਨਹੀਂ, ਉਹਦੇ ਇੰਨੇ ਜ਼ਿਆਦਾ ਲੱਛਣ ਨਹੀਂ ਹੋਣੇ। ਸਿਮਿਲਰਲੀ ਅਰਲੀ ਸਟੇਜ ਦੇ ਵਿੱਚ ਥਾਇਰਾਇਡ ਵੀ ਉਹਦੇ ਕੋਈ ਖਾਸ ਲੱਛਣ ਨਹੀਂ ਆਉਂਦੇ ਤੇ ਪੇਸ਼ੈਂਟ ਸੋਚਦਾ ਮੈਂ ਤਾਂ ਵੈਸੇ ਹੀ ਥੱਕਿਆ ਹੋਇਆ, ਤਾਂ ਮੈਂ ਤਾਂ ਅੱਜ ਵੈਸੇ ਹੀ ਸਲੋ ਆ, ਮੇਰੀ ਨੀਂਦ ਨਹੀਂ ਪੂਰੀ ਹੋਈ, ਤਾਂ ਐਕਚੁਅਲੀ ਹੋ ਸਕਦਾ ਉਹਦੇ ਅੰਦਰ ਥਾਇਰਾਇਡ ਹੋਏ।
ਤਾਂ ਇਸ ਕੰਡੀਸ਼ਨ ਦੇ ਵਿੱਚ ਆ ਕੇ ਤੁਸੀਂ ਡਾਕਟਰ ਤੋਂ ਸਲਾਹ ਲੈ ਕੇ ਆਪਣਾ ਟੈਸਟ ਕਰਾ ਕੇ ਕੀ ਰਿਪੋਰਟ ਆਉਂਦੀ ਹੈ ਉਹ ਦਿਖਾ ਕੇ ਔਰ ਉਸ ਤੋਂ ਬਾਅਦ ਵੀ ਜਿਹੜੀ ਦਵਾਈ ਵੀ ਖਾਣੀ ਹੈ, ਦਵਾਈ ਦੀ ਵੀ ਡੋਜ਼ ਜਿੰਨੀ ਲੈਣੀ ਹੈ ਉਹ ਵੀ ਡਾਕਟਰ ਹੀ ਉਹਨੂੰ ਟੇਲਰ ਮੇਡ ਅਸੀਂ ਕਹਿੰਦੇ ਕਿ ਹਰ ਮਰੀਜ਼ ਲਈ ਡਿਫਰੈਂਟ ਹੈ, ਕਿ ਜਿਸ ਤਰ੍ਹਾਂ ਟੇਲਰ ਹਰ ਬੰਦੇ ਦਾ ਡਿਫਰੈਂਟ ਸਾਈਜ਼ ਦੇ ਨਾਲ ਕੱਪੜੇ ਸੀਂਦਾ ਹੈ, ਇਸ ਤਰ੍ਹਾਂ ਦਵਾਈ ਦੀ ਵੀ ਡੋਜ਼ ਹਰ ਪੇਸ਼ੈਂਟ ਦੇ ਨਾਲ ਉਹਦੀ ਜ਼ਰੂਰਤ ਦੇ ਮੁਤਾਬਕ ਡਿਫਰੈਂਟ ਡੋਜ਼। ਦਰਸ਼ਕੋ ਬਣੇ ਹੋਏ ਡਾਕਟਰ ਵਿਸ਼ਾਲ ਜੀ ਦੇ ਨਾਲ ਦੱਸੋ ਕੀ ਕਹਿਣਾ ਚਾਹੋਗੇ ਕਿ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਸਾਰੀਆਂ ਸੁਵਿਧਾਵਾਂ ਨਾਲ ਲੈਸ ਹੈ, ਔਰ ਸਭ ਤੋਂ ਵੱਡੀ ਗੱਲ ਹੁਣ ਇੱਥੇ ਸਪੋਰਟਸ ਇੰਜਰੀ ਦੇ ਲਈ ਇੱਕ ਐਸੇ ਡਾਕਟਰ ਜਿਨ੍ਹਾਂ ਨੇ ਬਾਹਰੋਂ ਪੜ੍ਹ ਕੇ ਇੱਕ ਬਹੁਤ ਵੱਡਾ ਐਕਸਪੀਰੀਅੰਸ ਲੈ ਕੇ ਆਏ ਨੇ, ਔਰ ਅਗਰ ਆਪਾਂ ਫਰੋਜ਼ਨ ਸੋਲਜਰ ਦੀ ਗੱਲ ਕਰੀਏ, ਸਪੋਰਟਸ ਇੰਜਰੀਜ਼ ਦੀ ਗੱਲ ਕਰ ਲਈਏ ਤਾਂ ਬਹੁਤ ਹੀ ਸਪੈਸ਼ਲਾਈਜੇਸ਼ਨ ਦੇ ਵਿੱਚ ਆਏ ਨੇ, ਉਹਨਾਂ ਦੇ ਬਾਰੇ ਕੀ ਕਹਿੰਦੇ ਹੋ? ਡਾਕਟਰ ਰਾਜੇਸ਼ਵਰ ਸਿੱਧੂ ਨੇ ਸਾਨੂੰ ਜੁਆਇਨ ਕੀਤਾ, ਵੀ ਵੈਲਕਮ ਹੈ ਔਰ ਹੀ ਇਜ਼ ਅ ਗ੍ਰੇਟ ਆਰਥੋਪੈਡਿਕ ਸਰਜਨ ਆਫਟਰ 3 ਇਅਰਸ ਆਫ ਫੈਲੋਸ਼ਿਪ ਪ੍ਰੋਗਰਾਮਸ ਕੈਨੇਡਾ ਤੋਂ ਕਰਕੇ ਆਏ ਨੇ, ਸ਼ੋਲਡਰ ਤੇ ਹਿਪ ਸਰਜਰੀਜ਼, ਨੀ ਸਰਜਰੀਜ਼, ਰੋਬੋਟਿਕ ਸਰਜਰੀਜ਼, ਸੋ ਉਹਨਾਂ ਨੇ ਜੁਆਇਨ ਕੀਤਾ ਤੇ ਇਟਸ ਅ ਗ੍ਰੇਟ ਵੈਲਕਮ। ਇਟਸ ਅ ਬਹੁਤ ਵੱਡੀ ਓਪਰਚੁਨਿਟੀ ਹੈ ਇਲਾਕੇ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਜਿਹੜੀਆਂ ਸਰਜਰੀਜ਼ ਵਾਸਤੇ ਉਹਨਾਂ ਨੂੰ ਬੰਬਈ ਜਾਂ ਅਬਰੋਡ ਜਾਣਾ ਪੈਂਦਾ ਸੀ ਤੇ ਉਹ ਵਾਲੀਆਂ ਜਿਹੜੀਆਂ ਸਰਜਰੀਜ਼ ਨੇ ਉਹ ਹੁਣ ਇੱਥੇ ਹੋ ਸਕਣਗੀਆਂ। ਸਾਡੇ ਲਈ ਬਹੁਤ ਹੀ ਖੁਸ਼ੀ ਦਾ ਟਾਈਮ ਹੈ ਔਰ ਬਹੁਤ ਅਸੀਂ ਵੈਲਕਮ ਕਰਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਹੁਣ ਆ ਕੇ ਇਹ ਸਾਰਾ ਕੁਝ ਅਸੀਂ ਇੱਥੇ ਇਸ ਹਸਪੀਟਲ ਦੇ ਵਿੱਚ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਦੱਸੋ ਕੀ ਕਹਿਣਾ ਚਾਹੋਗੇ ਕਿ ਸਰਵਾਈਕਸ ਕੈਂਸਰ ਜਿਹੜਾ ਕਿ ਲੇਡੀਜ਼ ਦੇ ਵਿੱਚ ਪਤਾ ਹੀ ਉਦੋਂ ਲੱਗਦਾ ਹੈ ਕਿ ਜਦੋਂ ਬੜਾ ਭਿਆਨਕ ਰੂਪ ਧਾਰਨ ਕਰ ਜਾਂਦਾ, ਕੀ ਕਰਨਾ ਚਾਹੀਦਾ ਹੈਗਾ? ਅੱਜ ਉਸ ਦੀ ਵੀ ਜਿਹੜਾ ਹੈਗਾ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਹੈ, ਔਰ ਜਿਹੜੀਆਂ ਓਲਡ ਲੇਡੀਜ਼ ਹੈਗੀਆਂ 50 ਸਾਲ 60 ਸਾਲ 65 ਸਾਲ 70 ਸਾਲ, ਉਹਨਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਕਹਿੰਦੇ ਵੀ ਨਹੀਂ ਵੀ ਇਹ ਤਾਂ ਜਦੋਂ ਪ੍ਰੋਬਲਮ ਵਧੀ ਵੀ ਹੈਗੀ ਆ, ਕੀ ਕਰਨਾ ਚਾਹੀਦਾ? ਬਿਲਕੁਲ ਜੀ, ਇਹਦੇ ਲਈ ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜੀ ਰੈਗੂਲਰ ਸਕਰੀਨਿੰਗ ਹੈ, ਜਿਸ ਤਰ੍ਹਾਂ ਮੀਨੋਪੌਜ਼ ਤੋਂ ਬਾਅਦ ਉਹ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਹਦਾ ਫੰਕਸ਼ਨ ਬਿਲਕੁਲ ਬੰਦ ਹੋ ਗਿਆ ਹੈ ਔਰ ਸਰਵਾਈਕਲ ਸਰਵਿਕਸ ਹੁੰਦਾ ਹੈ ਬੱਚੇਦਾਨੀ ਦਾ ਮੂੰਹ, ਤਾਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਔਰਤਾਂ ਦੇ ਵਿੱਚ ਔਰ ਖਾਸ ਕਰਕੇ ਮੀਨੋਪੌਜ਼ਲ ਲੇਡੀਜ਼ ਦੇ ਵਿੱਚ ਬਹੁਤ ਦੇਖਿਆ ਜਾਂਦਾ ਹੈ ਔਰ ਅੱਛੀ ਗੱਲ ਇਹ ਹੈ ਕਿ ਅਗਰ ਇਹ ਬਿਮਾਰੀ ਨੂੰ ਟਾਈਮ ਸਿਰ ਫੜਿਆ ਜਾਏ ਔਰ ਉਹਦਾ ਟ੍ਰੀਟਮੈਂਟ ਕੀਤਾ ਜਾਏ ਕਿ ਬੱਚੇਦਾਨੀ ਕੱਢਣੀ ਹੈ ਜਿਹੜਾ ਅੱਜ ਕੱਲ੍ਹ ਦੀ ਡੇਟ ਵਾਸਤੇ ਬੜਾ ਰੂਟੀਨ ਜਾਂ ਰੈਗੂਲਰ ਸਰਜਰੀ ਹੈ ਜਿਹਦਾ ਕੋਈ ਖਤਰਾ ਨਹੀਂ ਹੁੰਦਾ ਤੇ ਉਹਦੇ ਨਾਲ ਤੁਸੀਂ ਇਸ ਕੈਂਸਰ ਤੋਂ ਹਮੇਸ਼ਾ ਵਾਸਤੇ ਨਿਜਾਤ ਪਾ ਸਕਦੇ ਹੋ। ਮੈਂ ਇਹਦੇ ਲਈ ਦੋ ਗੱਲਾਂ ਦੱਸਣਾ ਚਾਹੀਏ। ਸਰਵਾਈਕਲ ਕੈਂਸਰ ਤੋਂ ਬਚਣ ਵਾਸਤੇ ਟੀਕਾ ਵੀ ਹੈ, ਵੈਕਸੀਨੇਸ਼ਨ ਵੀ ਹੈ ਜਿਹੜਾ ਕਿ ਯੰਗ ਲੜਕੀਆਂ ਨੂੰ ਦਿੱਤਾ ਜਾਂਦਾ ਹੈ ਬਿਫੋਰ ਫਸਟ ਸੈਕਸ਼ੂਅਲ ਕੰਟੈਕਟ, ਕਿ ਯੰਗ ਲੜਕੀਆਂ ਜਿਹੜੀਆਂ 13-14 ਸਾਲ ਦੀਆਂ ਲੜਕੀਆਂ ਨੇ ਉਹ ਹੀ ਉਸੇ ਵੇਲੇ ਹੀ ਟੀਕਾ ਲੱਗਦਾ ਹੈ ਜਿਹਨੂੰ ਆਪਾਂ ਵੈਕਸੀਨੇਸ਼ਨ ਕਹਿੰਦੇ ਹਾਂ। ਜਿਵੇਂ ਆਪਾਂ ਪੋਲੀਓ ਦੇ, ਟਾਈਫਾਇਡ ਦੇ, ਡਿਫਥੀਰੀਆ ਦੇ ਟੀਕੇ ਲਗਾਉਂਦੇ ਹਾਂ, ਅੱਜ ਕੱਲ੍ਹ ਉਹ ਇੰਜੈਕਸ਼ਨ 14 ਔਰ 15 ਸਾਲ ਦੀ ਲੜਕੀਆਂ ਨੂੰ ਵੀ ਲੱਗ ਜਾਵੇ ਤਾਂ ਕਿ ਬਿਫੋਰ ਐਨੀ ਫਸਟ ਸੈਕਸ਼ੂਅਲ ਕੰਟੈਕਟ ਲੱਗ ਜਾਵੇ ਤਾਂ ਉਹਦੇ ਨਾਲ ਹੀ ਸਰਵਾਈਕਲ ਕੈਂਸਰ ਤੋਂ ਉਹ ਆਪਣੀ ਬੁਢਾਪੇ ਦੀ ਉਮਰ ਤੱਕ ਵੀ ਬਚ ਸਕਣਗੀਆਂ। ਸੋ ਦੈਟ ਇਜ਼ ਵਨ ਪ੍ਰੀਵੈਂਸ਼ਨ। ਦੂਸਰੀ ਇਹ ਕਿ ਜਦੋਂ ਮੀਨੋਪੌਜ਼ ਹੋ ਗਿਆ ਉਸ ਤੋਂ ਬਾਅਦ 6 ਮਹੀਨੇ ਬਾਅਦ ਕਿਸੇ ਵੀ ਟਾਈਮ ਹਮੇਸ਼ਾ ਗਾਇਨੇਕੋਲੋਜਿਸਟ ਕੋਲ ਆ ਕੇ ਇੱਕ ਪੈਪ ਸਮੀਅਰ ਸਿੰਪਲ ਜਿਹਾ ਟੈਸਟ ਹੁੰਦਾ ਜਿਹੜੇ ਗਾਇਨੇਕੋਲੋਜਿਸਟ ਕਰਦੇ ਨੇ ਕਿ ਉਹਨੂੰ ਸਲਾਈਡ ਤੇ ਲੈ ਕੇ ਉਹਦੇ ਸੈੱਲ ਚੈੱਕ ਕਰ ਦਿੱਤੇ ਜਾਂਦੇ ਆ ਔਰ ਇੰਨੀ ਚੀਜ਼ ਤੋਂ ਹੀ ਅਗਰ ਰੈਗੂਲਰ ਚੈੱਕਅਪ ਹੋ ਜੇ, ਬਿਮਾਰੀ ਫੜੀ ਜਾਏ, ਉੱਥੇ ਟ੍ਰੀਟਮੈਂਟ ਹੋ ਜਾਂਦਾ ਔਰ 100% ਇਹਦਾ ਆਲਮੋਸਟ ਕਿਉਰ ਹੈ। ਇਹ ਕੈਂਸਰ ਨੂੰ ਅਸੀਂ ਜਿਵੇਂ ਅਸੀਂ ਕਈ ਕੈਂਸਰ ਨੂੰ ਮਾੜਾ ਗਿਣਦੇ ਹਾਂ, ਕਈਆਂ ਨੂੰ ਅਸੀਂ ਜਿਨ੍ਹਾਂ ਦਾ ਕਿਉਰ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਅੱਛਾ ਗਿਣਦੇ ਹਾਂ ਕਿ ਇਹਦਾ ਤਾਂ ਜੇ ਬਿਮਾਰੀ ਰਾਜੀ ਹੋ ਜਾਵੇ, ਠੀਕ ਹੋ ਜਾਵੇ, ਪੇਸ਼ੈਂਟ ਨੂੰ ਫੁੱਲ ਲਾਈਫ ਮਿਲ ਜਾਵੇ, ਫਿਰ ਤਾਂ ਉਹਦੀ ਬਿਮਾਰੀ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਉਹ ਤਾਂ ਕਿਉਰੇਬਲ ਹੈ, ਟ੍ਰੀਟੇਬਲ ਹੈ। ਸੋ ਇਹ ਬਹੁਤ ਜ਼ਰੂਰੀ ਗੱਲ ਹੈ। ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਸਾਨੂੰ ਤੁਸੀਂ ਨਾ ਕੀਮਤੀ ਸਮਾਂ ਦਿੰਦੇ ਹੋ। ਅੱਜ ਵੀ ਇੰਨੀ ਪੇਸ਼ੈਂਟ ਦੀ ਫਲੋ ਸੀਗੀ, ਉਹਦੇ ਬਾਵਜੂਦ ਤੁਸੀਂ ਸਾਨੂੰ ਸਮਾਂ ਦਿੱਤਾ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਦਰਸ਼ਕੋ, ਜਿਸ ਤਰੀਕੇ ਡਾਕਟਰ ਸਾਹਿਬ ਨੇ ਥਾਇਰਾਇਡ ਲਈ ਆਪਾਂ ਨੂੰ ਅਵੇਅਰ ਕੀਤਾ, ਆਪਾਂ ਨੂੰ ਸਰਵਾਈਕਲ ਕੈਂਸਰ ਦੇ ਲਈ ਜਿਹੜਾ ਹੈਗਾ ਅਵੇਅਰ ਕੀਤਾ ਡਾਕਟਰ ਸਾਹਿਬ ਨੇ। ਆਪਾਂ ਨੂੰ ਹਮੇਸ਼ਾ ਜਿਹੜੀ ਵੀ ਆਪਾਂ ਕੋਈ ਗੱਲ ਸੁਣਦੇ ਹਾਂ ਉਹ ਕਿਸੇ ਨੂੰ ਵੀ ਆਪਾਂ ਗਾਈਡ ਕਰ ਸਕਦੇ ਹਾਂ